ਵਾਹਿਗੁਰੂ ਸਾਹਿਬ ਜੀਓ। ਤੇਰੀ ਕਵਨ ਕਵਨ ਗੁਣ ਕਹਿ ਕਹਿ ਗਾਵਾ। ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਕੋ। ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਬਰਨ ਨਾ ਸਕੋ। ਤੂੰ ਠਾਕੁਰ ਊਚ ਭਗਵਾਨਾ। ਵਾਹਿਗੁਰੂ ਸਾਹਿਬ ਜੀ। ਤੀਰਥ ਨਾਵਣ ਜਾਉ ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਤੀਰਥ ਨਾਵਣ ਜਾਉ ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰ ਗਿਆਨ ਸਾਚਾ ਥਾਨ ਤੀਰਥ। ਦਸ ਪੁਰਬ ਸਦਾ ਦਸਹਰਾ। ਹਉ ਨਾਮ ਹਰ ਕਾ ਸਦਾ ਜਾਂਚੋ। ਦੇਹੋ ਪ੍ਰਭ ਧਰਨੀ ਤਰਾ। ਸੰਸਾਰ ਰੋਗੀ ਨਾਮ ਦਾਰੂ। ਮੈਲ ਲਾਗੈ ਸਚ ਬਿਨਾ। ਗੁਰ ਵਾਕ ਨਿਰਮਲ ਸਦਾ ਚਾਨਣ। ਨਿਤ ਸਾਚ ਤੀਰਥ ਮਜਨਾ। ਪਰਮ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਤ ਸੰਗਤ ਜੀ। ਵੱਡਿਆਂ ਭਾਗਾਂ ਵਾਲੇ ਹਾਂ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠ ਕੇ ਸਤਿਗੁਰਾਂ ਦੀ ਇਲਾਹੀ ਬਾਣੀ ਨੂੰ ਸਰਵਣ ਕਰਕੇ ਪਿਆਰ ਵਾਲੇ ਜੀਵਨ ਦੇ ਕੁਝ ਕੁ ਜਿਹੜੇ ਪਲ ਨੇ ਉਹਨਾਂ ਨੂੰ ਸਫਲਾ ਬਣਾਉਣ ਦਾ ਯਤਨ ਕਰ ਰਹੇ ਸਾਂ। ਆਓ ਪਿਆਰ ਵਾਲਿਓ, ਹੁਣ ਕੁਝ ਸਮੇਂ ਦੇ ਲਈ ਗੁਰਮਤਿ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਮਨ ਦੀਆਂ ਬਿਰਤੀਆਂ ਨੂੰ ਕਰੋ ਇਕਾਗਰ। ਬੜੇ ਹੀ ਪਿਆਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਤਿਨਾਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਛੰਦ
ਜੋ ਅੱਜ ਅੰਮ੍ਰਿਤ ਵੇਲੇ ਤੋਂ ਇਸ ਪਾਵਨ ਸਥਾਨ ਦੇ ਉੱਪਰ ਪਾਵਨ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ। ਧਨਾਸਰੀ ਰਾਗ ਦੇ ਅੰਦਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 687 ਅਤੇ 88 ਉੱਪਰ ਸੁਭਾਈਮਨ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਇਸ ਪਾਵਨ ਸ਼ਬਦ ਦੇ ਅੰਦਰ ਸਮਝਾਉਣਾ ਕੀਤਾ ਹੈ ਵੀ ਅਸਲ ਦੇ ਵਿੱਚ ਜੋ ਪਰਮਾਤਮਾ ਦਾ ਨਾਮ ਹੈ, ਪਰਮਾਤਮਾ ਦਾ ਸਿਮਰਨ ਹੈ, ਅਸਲ ਦੇ ਵਿੱਚ ਉਹ ਤੀਰਥ ਹੈ। ਤੇ ਜਿਸ ਮਨੁੱਖ ਨੇ ਆਪਣੀ ਜ਼ਿੰਦਗੀ ਦੇ ਅੰਦਰ ਗੁਰੂ ਦੀ ਵਿਚਾਰ ਨੂੰ, ਗੁਰੂ ਦੀ ਮੱਤ ਨੂੰ, ਗੁਰੂ ਦੇ ਉਪਦੇਸ਼ ਨੂੰ ਆਪਣੀ ਸੁਰਤ ਮੰਡਲ ਦੇ ਅੰਦਰ ਟਿਕਾ ਲਿਆ, ਉਸ ਮਨੁੱਖ ਨੇ ਅਸਲ ਦੇ ਵਿੱਚ ਤੀਰਥ ਦਾ ਇਸ਼ਨਾਨ ਕਰ ਲਿਆ। ਤੇ ਅੱਜ ਪਹਿਲੇ ਪਾਤਸ਼ਾਹ ਜੀ ਸਮਝਾਉਣਾ ਕਰਦੇ ਨੇ ਵੀ ਤੀਰਥਾਂ ਤੇ ਮੈਂ ਵੀ ਜਾਂਦਾ ਵਾਂ, ਪਰ ਉਹ ਤੀਰਥ ਨਹੀਂ ਜੋ ਲੋਕਾਂ ਦੇ ਦੁਆਰਾ ਤਿਆਰ ਕੀਤੇ ਗਏ ਹੋਣ, ਜਿਸ ਦੇ ਉੱਤੇ ਲੋਕ ਵਿਹੀਰਾਂ ਕੱਤ ਕੇ ਜਾ ਰਹੇ ਨੇ। ਵੀ ਮੇਰਾ ਅਸਲ ਦੇ ਵਿੱਚ ਤੀਰਥ ਹੈ ਗੁਰੂ ਦਾ ਨਾਮ, ਗੁਰੂ ਦਾ ਗਿਆਨ, ਪਰਮਾਤਮਾ ਦਾ ਨਾਮ। ਤੀਰਥ ਨਾਮ ਨ ਜਾਓ, ਤੀਰਥ ਨਾਮ ਹੈ। ਵੀ ਮੈਂ ਵੀ ਤੀਰਥਾਂ ਦੇ ਉੱਪਰ ਇਸ਼ਨਾਨ ਕਰਨ ਦੇ ਲਈ ਜਾਂਦਾ ਹਾਂ, ਨਹਾਉਣ ਦੇ ਲਈ ਜਾਂਦਾ ਵਾਂ। ਵੀ ਉਹ ਤੀਰਥ ਕਿਹੜਾ ਹੈ? ਤੀਰਥ ਨਾਮ ਹੈ, ਪਰਮਾਤਮਾ ਦਾ ਨਾਮ ਰੂਪੀ ਤੀਰਥ। ਤੀਰਥ ਸ਼ਬਦ ਗਿਆਨ ਅੰਤਰ ਗਿਆਨ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਅਸਲ ਦੇ ਵਿੱਚ ਗੁਰੂ ਦੇ ਸ਼ਬਦ ਦੀ ਵਿਚਾਰ ਨੂੰ, ਗੁਰੂ ਦੇ ਗਿਆਨ ਨੂੰ ਆਪਣੀ ਸੁਰਤ ਦੇ ਮੰਡਲ ਦੇ ਵਿੱਚ ਟਿਕਾ ਲੈਣਾ ਹੀ ਅਸਲ ਦੇ ਵਿੱਚ ਤੀਰਥ ਹੈ, ਗੁਰੂ ਦਾ ਗਿਆਨ। ਤੇ ਪਰ ਜੇਕਰ ਸੰਸਾਰ ਦੀ ਗੱਲ ਕਰੀਏ ਤੇ ਇਸ ਸੰਸਾਰ ਦੇ ਅੰਦਰ ਅਨੇਕਾਂ ਜਿਹੜੇ ਤੀਰਥ ਪ੍ਰਚਲਿਤ ਨੇ। ਵੀ ਮਨੁੱਖ ਦੇ ਮਨ ਦੀ ਇਹ ਸੋਚ ਹੈ, ਮਨੁੱਖ ਸੋਚਦਾ ਵੀ ਸ਼ਾਇਦ ਇਸ ਸੰਸਾਰਿਕ ਤੀਰਥਾਂ ਦੇ ਉੱਪਰ ਇਸ਼ਨਾਨ ਕਰਨ ਦੇ ਨਾਲ ਕਿਤੇ ਮੇਰਾ ਜਿਹੜਾ ਮਨ ਹੈ ਉਹ ਪਵਿੱਤਰ ਹੋ ਜਾਵੇਗਾ, ਕਿ ਮੈਂ ਉਸ ਪਰਮਾਤਮਾ ਨੂੰ ਚੰਗਾ ਲੱਗਣ ਲੱਗ ਪਵੇਗਾ। ਪਰ ਜਦੋਂ ਜਪਜੀ ਸਾਹਿਬ ਦੀ ਬਾਣੀ ਨੂੰ ਪੜ੍ਹਦੇ ਹਾਂ ਤੇ ਸਤਿਗੁਰੂ ਪਾਤਸ਼ਾਹ ਜੀ ਇੱਥੋਂ ਤੱਕ ਕਿ ਆਪਣੀ ਬਾਣੀ ਦੇ ਅੰਦਰ ਇਹ ਗੱਲ ਆਖਦੇ ਨੇ, ਕਹਿੰਦੇ हे ਅਕਾਲ ਪੁਰਖ ਪਰਮਾਤਮਾ ਜੀ, ਮੈਂ ਵੀ ਤੀਰਥਾਂ ਤੇ ਚਲਾ ਜਾਵਾਂਗਾ। ਇੱਕ ਸ਼ਰਤ ਹੈ, ਵੀ ਸ਼ਰਤ ਇਹ ਹੈ ਵੀ ਤੀਰਥ ਦੇ ਉੱਪਰ ਜਾ ਕੇ ਮੈਂ ਵੀ ਇਸ਼ਨਾਨ ਕਰਾਂਗਾ। ਵੀ ਜੇਕਰ ਉਹ ਇਸ਼ਨਾਨ ਕੀਤਾ ਹੋਇਆ ਤੁਹਾਨੂੰ ਭਾ ਜਾਵੇ, ਤੁਹਾਨੂੰ ਚੰਗਾ ਲੱਗੇ। ਜੇਕਰ ਉਹ ਕੀਤੇ ਹੋਏ ਤੀਰਥ ਇਸ਼ਨਾਨ ਦੇ ਨਾਲ ਵੀ ਤੁਹਾਨੂੰ ਚੰਗਾ ਹੀ ਨਹੀਂ ਲੱਗਣਾ, ਤੇ ਫਿਰ ਉੱਥੇ ਜਾ ਕੇ ਨਹਾਉਣ ਦਾ ਫਾਇਦਾ ਕੀ, ਇਸ਼ਨਾਨ ਕਰਨ ਦਾ ਫਾਇਦਾ ਕੀ। ਤੀਰਥ ਨਹਾਵਾ ਜੇ ਤਿਸ ਪਾਵਾ, ਬਿਨ ਭਾਣੇ ਕਿ ਨਾਹੀ ਕਰੀ। ਵੀ ਜੇਕਰ ਤੁਹਾਡਾ ਭਾਣਾ ਹੀ ਨਹੀਂ, ਜੇਕਰ ਤੁਹਾਡਾ ਮੰਨਣਾ ਹੀ ਨਹੀਂ, ਤੇ ਫਿਰ ਮੈਂ ਉੱਥੇ ਜਾ ਕੇ ਨਹਾਉਣ ਦਾ ਫਾਇਦਾ ਕੀ। ਪਰ ਅਸਲ ਦੇ ਵਿੱਚ ਜਿਹੜਾ ਗੁਰੂ ਰੂਪੀ ਗਿਆਨ ਤੀਰਥ ਸੀ ਨਾ,
ਵੀ ਮਨੁੱਖ ਇਸ ਤੀਰਥ ਨੂੰ ਛੱਡ ਕੇ, ਗੁਰੂ ਦੇ ਗਿਆਨ ਨੂੰ ਛੱਡ ਕੇ, ਕੇਵਲ ਮਨ ਦੀ, ਆਪਣੇ ਤਨ ਦੀ ਜਿਹੜੀ ਮੈਲ ਹੈ ਉਹ ਲਾਉਣ ਦੇ ਲਈ ਸੰਸਾਰਿਕ ਜਿਹੜੇ ਤੀਰਥ ਨੇ ਉਹਨਾਂ ਦੇ ਉੱਤੇ ਭ੍ਰਮਣ ਕਰਦਾ ਪਿਆ, ਭੜਕਦਾ ਪਿਆ। ਤੇ ਸਤਿਗੁਰੂ ਪਾਤਸ਼ਾਹ ਜੀ ਆਖਦੇ ਨੇ, ਕਹਿੰਦੇ ਉਸ ਤੀਰਥ ਦੇ ਉੱਪਰ ਨਹਾਉਣ ਦਾ ਫਾਇਦਾ ਹੀ ਕੀ, ਵੀ ਜੇਕਰ ਇਸ਼ਨਾਨ ਕੀਤਿਆਂ ਤੇਰਾ ਮਨ ਹੀ ਪਵਿੱਤਰ ਨਾ ਹੋਵੇ, ਮਨ ਦੇ ਅੰਦਰ ਜਿਹੜੇ ਵਿਕਾਰ ਨੇ ਵੀ ਉਹ ਵਿਕਾਰ ਤੇਰੇ ਖਤਮ ਹੀ ਨਾ ਹੋਣ। ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਪੜ੍ਹ ਕੇ ਵੇਖ ਲਓ। ਤੇ ਭਾਈ ਗੁਰਦਾਸ ਜੀ ਆਖਦੇ ਦੁਰਮਤ ਮੈਲ ਨਾ ਉਤਰੈ, ਵੀ ਕਿਉਂ ਤੀਰਥ ਨਹਾਈਐ। ਵੀ ਜੇਕਰ ਦੁਰਮਤ, ਭੈੜੀ ਮਤ, ਵੀ ਜੇਕਰ ਮਨੁੱਖਾ ਤੇਰੇ ਅੰਦਰੋਂ ਵੀ ਦੁਰਮਤ, ਤੇਰੇ ਮਨ ਦੇ ਅੰਦਰੋਂ ਵੀ ਭੈੜੇ ਵਿਚਾਰ ਹੀ ਨਾ ਖਤਮ ਹੋਏ, ਤੇ ਫਿਰ ਤੀਰਥਾਂ ਦੇ ਉੱਪਰ ਜਾ ਕੇ ਨਹਾਉਣ ਦਾ ਫਾਇਦਾ ਕੀ। ਮਨੁੱਖ ਇਹਦੇ ਕਰਕੇ ਜਾਂਦਾ ਨਾ ਵੀ ਮੇਰੇ ਪਾਪ ਉਤਰ ਜਾਣ। ਮਨੁੱਖ ਇਸ਼ਨਾਨ ਇਹਦੇ ਕਰਕੇ ਕਰਦਾ ਵੀ ਜੋ ਮੈਂ ਪਾਪ ਕੀਤੇ ਹੋਏ ਨੇ ਵੀ ਮੇਰੇ ਪਾਪ ਉਤਰ ਜਾਣ। ਪਰ ਸਤਿਗੁਰੂ ਪਾਤਸ਼ਾਹ ਦੀ ਬਾਣੀ ਨੂੰ ਪੜ੍ਹ ਕੇ ਵੇਖ ਲਓ। ਪਾਤਸ਼ਾਹ ਦੀ ਬਾਣੀ ਇਹ ਗੱਲ ਹੀ ਆਖਦੀ, ਕਹਿੰਦੇ ਨਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਭਾ ਲਾਥੀ ਨਾਤਿਆਂ, ਦੋਏ ਭਾ ਚੜੀਏ ਸਹੋਰ। ਇਹ ਗੁਰਬਾਣੀ ਦੇ ਬੋਲ ਨੇ। ਕਹਿੰਦੇ ਚੱਲੇ ਨੇ ਮਨੁੱਖ ਤੀਰਥ ਨਹਾਉਣ ਦੇ ਲਈ, ਤੀਰਥ ਦੀ ਯਾਤਰਾ ਦੇ ਲਈ। ਮਨ ਖੋਟੇ ਤਨ ਚੋਰ, ਮਨ ਦੇ ਅੰਦਰ ਖੋਟ ਲਈ ਫਿਰਦੇ ਨੇ, ਮਨ ਖੋਟ ਦੇ ਨਾਲ ਭਰਿਆ ਪਿਆ ਤੇ ਤਨ ਦੇ ਅੰਦਰ ਚੋਰ ਆ ਵੀ ਮੈਂ ਹੁਣ ਸਾਰੀ ਉਮਰ ਪਾਪ ਕੀਤੇ। ਵੀ ਮਨੁੱਖ ਨੂੰ ਇੱਕ ਸਾਧਨ ਮਿਲ ਗਿਆ ਨਾ, ਮਨੁੱਖ ਨੂੰ ਇੱਕ ਤਰੀਕਾ ਮਿਲ ਗਿਆ ਵੀ ਮੈਂ ਸਾਰੀ ਉਮਰ ਪਾਪ ਕਰਾਂ, 1 ਸਾਲ ਪੂਰੇ ਪਾਪ ਕਰਦਾ ਵਾਂ, ਤੇ ਪਾਪ ਕਰਨ ਤੋਂ ਬਾਅਦ ਇੱਕ ਦਿਨ ਜਾਵਾਂਗਾ, ਜਾ ਕੇ ਤੀਰਥ ਇਸ਼ਨਾਨ ਦੇ ਉੱਪਰ ਇਸ਼ਨਾਨ ਕਰਾਵਾਂਗਾ ਤੀਰਥ ਦੇ ਉੱਪਰ, ਤੇ ਮੇਰੇ ਜਿਹੜੇ ਪਾਪ ਨੇ ਸਭ ਧੁੱਪ ਜਾਣਗੇ। ਇਹ ਤੇ ਇੱਕ ਮਨੁੱਖ ਨੂੰ ਸ਼ੈ ਮਿਲ ਗਈ ਵੀ ਇਹ ਤੇ ਬੜੀ ਚੰਗੀ ਗੱਲ ਆ ਵੀ ਸਾਰੀ ਸਾਲ ਮੈਂ ਪਾਪ ਕਰਾਂ, ਇੱਕ ਦਿਨ ਜਾਵਾਂਗਾ, ਜਾ ਕੇ ਇਸ਼ਨਾਨ ਕਰਾਂਗਾ ਤੇ ਮੇਰੇ ਇਹ ਪਾਪ ਧੁੱਪ ਜਾਣਗੇ। ਪਰ ਸਤਿਗੁਰੂ ਪਾਤਸ਼ਾਹ ਦੀ ਬਾਣੀ ਇਹ ਗੱਲ ਆਖਦੀ ਹੈ, ਭਾਈ ਗੁਰੂ ਰੂਪੀ ਤੀਰਥ ਤੋਂ ਬਿਨਾਂ ਤੇਰਾ ਕਦੇ ਵੀ ਪਾਰ ਉਤਾਰਾ ਨਹੀਂ ਹੋ ਸਕਦਾ। ਇਹ ਸੰਸਾਰਿਕ ਤੀਰਥਾਂ ਦੇ ਉੱਪਰ ਇਸ਼ਨਾਨ ਕਰਨ ਦੇ ਨਾਲ ਤੇਰੇ ਤਨ ਦੀ ਮੈਲ ਤੇ ਲੈ ਸਕਦੀ ਹੈ, ਪਰ ਮਨ ਦੀ ਮੈਲ ਨਹੀਂ ਲਾ ਸਕਦੀ। ਵੀ ਇਹ ਤੀਰਥ ਬਣੇ ਕਿਉਂ ਸਨ? ਇਹਦਾ ਕਾਰਨ ਇਹ ਸੀ ਵੀ ਜਦੋਂ ਹੁਣ ਪੁਰਾਣੇ ਸਮੇਂ ਦੇ ਅੰਦਰ ਕੋਈ ਆਵਾਜਾਈ ਦੇ ਸਾਧਨ ਨਹੀਂ ਸਨ, ਤੇ ਆਵਾਜਾਈ ਦੇ ਸਾਧਨ ਨਾ ਹੋਣ ਦੇ ਕਰਕੇ ਵੀ ਲੋਕ ਪੈਦਲ ਚੱਲ ਕੇ ਜਾਇਆ ਕਰਦੇ ਸਨ। ਤੇ ਰਸਤੇ ਦੇ ਵਿੱਚ ਹੁਣ ਕੱਚੇ ਰਸਤੇ ਨੇ, ਵਿੱਚ ਧੂੜ ਮਿੱਟੀ ਵੀ ਉੱਡਣੀ ਹੈ, ਤੇ ਉੱਡੀ ਹੋਈ ਉਹ ਜਿਹੜੀ ਧੂੜ ਮਿੱਟੀ ਸੀ ਉਹਦੇ ਨਾਲ ਜਿਹੜੇ ਮਨੁੱਖ ਦੇ ਕੱਪੜੇ ਵੀ, ਤਨ ਵੀ ਜਿਹੜਾ ਮੈਲਾ ਹੋ ਜਾਂਦਾ ਸੀ, ਗੰਦਾ ਹੋ ਜਾਂਦਾ ਸੀ। ਧੂੜ ਮਿੱਟੀ ਪੈ ਕੇ ਮਿੱਟੀ ਜੰਮ ਜਾਂਦੀ ਸੀ, ਤੇ ਉਹ ਮਨੁੱਖ ਉੱਥੇ ਜਾਇਆ ਕਰਦਾ ਸੀ, ਜਾ ਕੇ ਪਹਿਲਾਂ ਇਸ਼ਨਾਨ ਕਰਦਾ ਤੇ ਤਾਂ ਜੋ ਮੈਂ ਚੁਸਤ ਹੋ ਜਾਵਾਂ, ਰਿਲੈਕਸ ਹੋ ਜਾਵਾਂ, ਰਿਲੈਕਸ ਮਹਿਸੂਸ ਕਰਾਂ। ਵੀ ਜਦੋਂ ਆਪਾਂ ਘਰ ਦੇ ਅੰਦਰ ਵੀ ਹੁੰਦੇ ਹਾਂ ਨਾ, ਵੀ ਸਾਰਾ ਦਿਨ ਕਿਤੋਂ ਕਾਰਜ ਕਰਨ ਤੋਂ ਬਾਅਦ, ਕੰਮ ਕਰਨ ਤੋਂ ਬਾਅਦ, ਖੇਤਾਂ ਦੇ ਵਿੱਚ ਕੋਈ ਕਿਸਾਨ ਕੰਮ ਕਰਕੇ ਹੁੰਦਾ ਤੇ ਸਭ ਤੋਂ ਪਹਿਲਾਂ ਆ ਕੇ ਉਹ ਆਪਣਾ ਹੱਥ ਮੂੰਹ ਧੋਂਦਾ ਹੈ। ਕਿਹਦੇ ਕਰਕੇ? ਵੀ ਜੋ ਧੂੜ ਮਿੱਟੀ ਜੋ ਲੱਗੀ ਹੋਈ ਹੈ ਵੀ ਉਹ ਸਾਫ਼ ਹੋ ਜਾਵੇ। ਵੀ ਅਸਲ ਦੇ ਵਿੱਚ ਕਾਰਨ ਇਹ ਸੀ ਵੀ ਉਸ ਜਗ੍ਹਾ ਤੇ ਇਸ਼ਨਾਨ ਕਰਨ ਦਾ ਮਤਲਬ ਇਹ ਸੀ ਵੀ ਚੱਲ ਕੇ ਗਏ ਆ, ਰਸਤੇ 'ਚ ਧੂੜ ਮਿੱਟੀ ਲੱਗੀ, ਵੀ ਤਨ ਲਿਬੜ ਗਿਆ, ਕੱਪੜੇ ਲਿਬੜ ਗਏ, ਮੈਲੇ ਹੋ ਗਏ, ਵੀ ਜਾ ਕੇ ਇਸ਼ਨਾਨ ਕਰੋ, ਰਿਲੈਕਸ ਹੋਵੋ, ਤੇ ਰਿਲੈਕਸ ਹੋ ਕੇ ਬਾਅਦ ਦੇ ਅੰਦਰ ਜੋ ਕਾਰਜ ਕਰਨਾ ਉਹ ਕਾਰਜ ਕਰੋ। ਜਿਸ ਦੇ ਦਰਸ਼ਨ ਕਰਨੇ ਨੇ ਉਹਦੇ ਦਰਸ਼ਨ ਕਰੋ। ਤੇ ਭਾਈ ਗੁਰਦਾਸ ਜੀ ਨੂੰ ਜੇਕਰ ਪੁੱਛੀਏ ਨਾ, ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਅੰਦਰ ਇੱਥੋਂ ਤੱਕ ਇਹ ਗੱਲ ਆਖਦੇ ਨੇ ਵੀ ਗੁਰੂ ਤੋਂ ਬਿਨਾਂ ਕਿਸੇ ਦਾ ਪਾਰ ਉਤਾਰਾ ਨਹੀਂ ਹੋਇਆ।
ਮਨੁੱਖ ਧਰਮ ਦੇ ਨਾਂ ਤੇ ਜਿੰਨੇ ਮਰਜ਼ੀ ਕਾਰਜ ਕਰਦਾ ਰਹੇ, ਜਿੰਨੇ ਮਰਜ਼ੀ ਕੰਮ ਕਰਦਾ ਰਹੇ, ਪਰ ਅਸਲ ਦੇ ਵਿੱਚ ਜੇਕਰ ਤੀਰਥ ਹੈ ਨਾ, ਵੀ ਤੀਰਥ ਗੁਰੂ ਹੀ ਹੈ। ਤੇ ਬਾਣੀ ਇੱਥੋਂ ਤੱਕ ਇਹ ਗੱਲ ਆਖਦੀ ਹੈ, ਗੁਰ ਸਮਾਨ ਤੀਰਥ ਨਹੀਂ ਕੋਈ, ਸਰ ਸੰਤੋਖ ਤਾਸ ਗੁਰ ਹੋਏ। ਵੀ ਗੁਰੂ ਦੇ ਸਮਾਨ ਕੋਈ ਤੀਰਥ ਨਹੀਂ, ਤੇ ਗੁਰੂ ਸਰ ਸੰਤੋਖ, ਸੰਤੋਖ ਦੇ ਨਾਲ ਭਰਿਆ ਹੋਇਆ ਸਰੋਵਰ ਆ, ਵੀ ਸੰਤੋਖ ਗੁਰੂ ਦੇ ਅੰਦਰ ਆ। ਜੇਕਰ ਕੋਈ ਇਸ ਗੁਰੂ ਰੂਪੀ ਤੀਰਥ ਦੇ ਅੰਦਰ ਇਸ਼ਨਾਨ ਕਰ ਲੈਂਦਾ, ਵੀ ਕਹਿੰਦੇ ਫਿਰ ਉਹਦੇ ਮਨ ਦੀ ਜਿਹੜੀ ਮੈਲ ਹੈ ਉਹ ਕੱਟੀ ਜਾਂਦੀ ਹੈ, ਮਨ ਪਵਿੱਤਰ ਹੋ ਜਾਂਦਾ ਹੈ। ਤੇ ਭਾਈ ਗੁਰਦਾਸ ਜੀ ਆਖਦੇ ਨੇ, ਕਹਿੰਦੇ ਅਸਲ ਦੇ ਵਿੱਚ ਮਨੁੱਖਾਂ ਦਾ ਹਾਲ ਪਤਾ ਕਿਹੋ ਜਿਹਾ ਬਣਿਆ ਹੋਇਆ? ਮਨੁੱਖਾਂ ਦਾ ਹਾਲ ਵੀ ਅਸਲ ਚੀਜ਼ ਨੂੰ ਛੱਡ ਕੇ, ਵੀ ਜਿਵੇਂ ਅਸਲ ਚੀਜ਼ ਨੂੰ ਕੋਈ ਮਨੁੱਖ ਛੱਡ ਕੇ ਨਾ, ਵੀ ਉਹਦੀ ਡੁਪਲੀਕੇਟ ਚੀਜ਼ ਵੱਲ ਭੱਜੇ। ਵੀ ਵੇਖਣ ਨੂੰ ਉਹ ਚਮਕਦਾਰ ਜ਼ਿਆਦਾ ਹੁੰਦੀ ਹੈ। ਵੀ ਕਈ ਵਾਰੀ ਆਪਾਂ ਬਾਜ਼ਾਰ ਦੇ ਵਿੱਚ ਜਾਈਏ, ਬਾਜ਼ਾਰ ਦੇ ਵਿੱਚ ਤੇ ਕਿਸੇ ਦੁਕਾਨ ਤੇ ਜਾਂਦੇ ਆ, ਵੀ ਦੋ ਚੀਜ਼ਾਂ ਸਾਹਮਣੇ ਪਈਆਂ ਹੁੰਦੀਆਂ ਨੇ, ਵੀ ਇੱਕ ਓਰੀਜਨਲ ਤੇ ਦੂਜੀ ਜਿਹੜੀ ਡੁਪਲੀਕੇਟ ਹੁੰਦੀ ਹੈ ਨਾ, ਉਹਦੀ ਲਿਸ਼ਕ ਪੁਸ਼ਕ ਵੀ ਜ਼ਿਆਦਾ ਹੁੰਦੀ ਹੈ, ਚਮਕਦੀ ਵੀ ਜ਼ਿਆਦਾ ਹੁੰਦੀ ਹੈ, ਵੇਖਣ ਨੂੰ ਸੋਹਣੀ ਵੀ ਬੜੀ ਲੱਗਦੀ ਹੁੰਦੀ ਹੈ। ਹੁਣ ਮਨੁੱਖ ਇਹ ਸੋਚਦਾ ਵੀ ਸ਼ਾਇਦ ਇਹ ਜਿਹੜੀ ਚੀਜ਼ ਹੈ ਵੀ ਇਹ ਓਰੀਜਨਲ ਹੈ। ਹੁਣ ਮਨੁੱਖ ਦੇ ਅੰਦਰ ਇਹ ਵਿਚਾਰ ਹੈ ਵੀ ਉਹ ਓਰੀਜਨਲ ਨੂੰ ਛੱਡ ਕੇ, ਵੀ ਜੋ ਡੁਪਲੀਕੇਟ ਚੀਜ਼ ਹੈ ਨਾ, ਵੀ ਡੁਪਲੀਕੇਟ ਚੀਜ਼ ਵੱਲ ਜ਼ਿਆਦਾ ਭੱਜਦਾ ਆ। ਵੀ ਸੋਚਦਾ ਵੀ ਵੇਖਣ ਨੂੰ ਵੀ ਚੰਗੀ ਲੱਗਦੀ ਪਈ ਹੈ, ਵੀ ਲਿਸ਼ਕ ਪੁਸ਼ਕ ਵੀ ਬੜੀ ਹੈ, ਵੀ ਲਿਸ਼ਕਦੀ ਵੀ ਪਈ ਹੈ, ਪਰ ਇਹ ਹਾਲਾਤ ਮਨੁੱਖ ਦੇ ਬਣੇ ਹੋਏ, ਮਨੁੱਖ ਦੇ ਜੀਵਨ ਦੇ। ਵੀ ਅਸਲ ਦੇ ਵਿੱਚ ਉਹਨੇ ਤੇ ਗੁਰੂ ਦੇ ਨਾਲ ਜੁੜਨਾ ਸੀ, ਗੁਰੂ ਦੇ ਨਾਲ ਇੱਕਮਿਕ ਹੋਣਾ ਸੀ, ਵੀ ਗੁਰੂ ਰੂਪੀ ਤੀਰਥ ਦੇ ਵਿੱਚ ਇਸ਼ਨਾਨ ਕਰਨਾ ਸੀ। ਪਰ ਹੋਇਆ ਕਿ ਭਾਈ ਗੁਰਦਾਸ ਜੀ ਇੱਥੋਂ ਤੱਕ ਇਹ ਗੱਲ ਆਖਦੇ ਨੇ, ਕਹਿੰਦੇ ਸਤਿਗੁਰ ਤੀਰਥ ਛੱਡ ਕੇ 68 ਤੀਰਥ ਨਾਵਣ ਜਾਈ। ਵੀ ਅਸਲ ਦੇ ਵਿੱਚ ਜਿਹੜਾ ਗੁਰੂ ਰੂਪੀ, ਸਤਿਗੁਰੂ ਰੂਪੀ ਜਿਹੜਾ ਤੀਰਥ ਸੀ ਨਾ, ਸਰੋਵਰ ਸੀ, ਤੀਰਥ, ਵੀ ਉਹਨੂੰ ਛੱਡ ਕੇ ਹੁਣ ਜਿਹੜੇ ਲੋਕੀ ਨੇ 68 ਤੀਰਥ ਨਾਵਣ ਜਾਈ, ਵੀ ਹੁਣ 68 ਤੀਰਥਾਂ ਦੇ ਵੱਲ ਹੋ ਤੁਰੇ ਨੇ। ਪੁਜਾਰੀ ਦੇ ਵੱਲੋਂ ਬਣਾਏ ਗਏ ਵੀ ਇਹ 68 ਤੀਰਥ, ਵੀ ਜਿੱਥੇ ਇਹ ਗੱਲ ਆਖੀ ਜਾਂਦੀ ਸੀ ਵੀ ਜੇਕਰ ਕੋਈ ਇੱਥੇ ਆ ਕੇ ਇਸ਼ਨਾਨ ਕਰੇ ਤੇ ਉਹਨੂੰ ਮੁਕਤੀ ਮਿਲੇਗੀ, ਉਹਨੂੰ ਮੁਕਤੀ ਪ੍ਰਾਪਤ ਹੋਵੇਗੀ। ਪਰ ਕਹਿੰਦੇ ਹੋਇਆ ਕਿ ਵੀ ਬਗਲ ਸਮਾਦ ਲਗਾਏ ਕਿ ਜਿਉਂ ਜਲ ਜਨਤਾ ਘੁੱਟ ਘੁੱਟ ਖਾਈ। ਕਹਿੰਦੇ ਜਿਵੇਂ ਬਗਲਾ ਹੈ ਨਾ, ਵੀ ਬਗਲੇ ਦੀ ਆਪਾਂ ਵੇਖਦੇ ਆ ਵੀ ਪਾਣੀ ਦੇ ਵਿੱਚ ਉਹ ਇੱਕ ਲੱਤ ਚੁੱਕੀ ਹੁੰਦੀ ਹੈ, ਅੱਖਾਂ ਬੰਦ ਕੀਤੀਆਂ ਹੁੰਦੀਆਂ ਨੇ, ਤੇ ਵੇਖਣ ਨੂੰ ਇਦਾਂ ਲੱਗਦਾ ਵੀ ਜਿਵੇਂ ਉਹਦੀ ਕੋਈ ਸਮਾਧੀ ਲੱਗੀ ਹੋਵੇ, ਸਮਾਧੀ। ਤੇ ਪਰ ਜਿਵੇਂ ਹੀ ਕੋਈ ਮੱਛੀ, ਕੋਈ ਕੀੜਾ, ਕੋਈ ਮਕੌੜਾ ਵੀ ਉਹਦੇ ਨੇੜੇ ਹੁੰਦਾ ਨਾ, ਵੀ ਇੱਕੋ ਦਮ ਝਪਟ ਕੇ ਪੈ ਜਾਂਦਾ ਹੈ। ਉਹਨੂੰ ਆਪਾਂ ਸਮਾਧੀ ਨਹੀਂ ਕਹਿ ਸਕਦੇ, ਕੇਵਲ ਉਹਨੂੰ ਇਹ ਗੱਲ ਕਹਿ ਸਕਦੇ ਆ ਵੀ ਇਹ ਕੇਵਲ ਆਪਣੇ ਸ਼ਿਕਾਰ ਦੀ ਭਾਲ ਦੇ ਵਿੱਚ ਹੀ ਆ। ਵੀ ਇੱਦਾਂ ਹੀ ਜਿਹੜੇ ਕੁਝ ਲੋਕ ਨੇ ਵੀ ਧਰਮ ਦੇ ਨਾਂ ਤੇ ਜਿਹੜੇ ਲੋਕਾਂ ਨੂੰ ਲੁੱਟ ਰਹੇ ਨੇ, ਪਹਿਰਾਵਾ ਧਾਰਮਿਕ ਪਹਿਰਿਆ ਹੋਇਆ, ਵੀ ਜੇਕਰ ਕੋਈ ਭੋਲੇ ਭਾਲੇ ਚਲੇ ਜਾਂਦੇ ਨੇ, ਉਹਨਾਂ ਨੂੰ ਆਪਣੇ ਚੁੰਗਲ ਦੇ ਵਿੱਚ ਫਸਾ ਲੈਂਦੇ ਨੇ। ਕਹਿੰਦੇ ਜਿਵੇਂ ਬਗਲਾ ਸਮਾਧ ਲਾ ਕੇ ਜੀ ਜਨਤਾ ਨੂੰ ਘੁੱਟ ਘੁੱਟ ਕੇ ਖਾਂਦਾ ਹੈ, ਵੀ ਐਵੇਂ ਜਿਹੜਾ ਮਨੁੱਖ ਹੈ ਵੀ ਧਰਮ ਦੇ ਨਾਂ ਤੇ ਲੁੱਟਣ ਵਾਲੇ ਵੀ ਜਿਹੜੇ ਮਨੁੱਖ ਵੀ ਉਹ ਹੁਣ ਲੋਕਾਂ ਨੂੰ ਲੁੱਟ ਰਹੇ ਨੇ। ਵੀ ਲੋਕੀ ਤੇ ਇਸ ਸੰਸਾਰ ਰੂਪੀ ਜਿਹੜੇ ਤੀਰਥ ਦੇ ਉੱਤੇ ਭਟਕਦੇ ਨੇ। ਹਸਤੀ ਨੀਰਨ ਵਾਲੀਆਂ ਬਾਹਰ ਨਿਕਲ ਖੇ ਉਡਾਈ। ਤੇ ਅਗਲੀ ਜਿਹੜੀ ਉਦਾਹਰਨ ਦਿੱਤੀ ਹਾਥੀ ਦੀ, ਵੀ ਕਹਿੰਦੇ ਜਿਹੜਾ ਹਾਥੀ ਹੈ ਨਾ, ਵੀ ਹਾਥੀ ਨੂੰ ਮੁਹਾਵਤ ਜਿੰਨਾ ਮਰਜ਼ੀ ਨਵਾ ਲਵੇ, ਚੰਗੀ ਤਰ੍ਹਾਂ ਮਲ ਮਲ ਕੇ ਨਵਾਵੇ, ਪਰ ਹਾਥੀ ਦੇ ਅੰਦਰ ਇਹ ਭੈੜੀ ਆਦਤ ਹੈ ਵੀ ਜਿਵੇਂ ਉਹ ਨਦੀ ਦੇ ਵਿੱਚੋਂ ਨਹਾਉਣ ਤੋਂ ਬਾਅਦ ਪਾਣੀ ਤੋਂ ਬਾਹਰ ਆਵੇਗਾ ਨਾ, ਵੀ ਆਉਂਦਿਆਂ ਸਾਰੇ ਉਹਨੇ ਆਪਣੀ ਸੁੰਡ ਲੈਣੀ, ਸੁੰਡ ਦੇ ਵਿੱਚ ਸਵਾਹ ਚੱਕਣੀ, ਆਪਣੇ ਸਰੀਰ ਤੇ ਪਾ ਲੈਣੀ ਹੈ। ਤੇ ਐਵੇਂ ਬੰਦੇ ਦੇ ਹਾਲਾਤ ਨੇ ਵੀ ਮਨੁੱਖ ਗਿਆ ਤੇ ਧਾਰਮਿਕ ਸਥਾਨ ਦੇ ਉੱਪਰ ਕੀ ਕਰਨ ਦੇ ਲਈ? ਮਨ ਨੂੰ ਪਵਿੱਤਰ ਕਰਨ ਦੇ ਲਈ।
ਵੀ ਮਨ ਦੀ ਮੈਲ ਦੂਰ ਹੋ ਜਾਵੇ। ਪਰ ਹੋਇਆ ਕੀ ਵੀ ਜਿਵੇਂ ਇਸ਼ਨਾਨ ਕਰਕੇ ਬਾਹਰ ਨਿਕਲਿਆ ਤੇ ਨਾਲੋਂ ਨਾਲ ਮਨ ਦੀ ਜਿਹੜੀ ਮੈਲ ਸੀ ਉਹ ਦੁੱਗਣੀ ਹੋ ਗਈ। ਤੇ ਲੋਕਾਂ ਨੂੰ ਆ ਕੇ ਦੱਸਦਾ ਫਿਰਦਾ ਵੀ ਮੈਂ ਤੀਰਥ ਸਥਾਨ ਦੀ ਯਾਤਰਾ ਕੀਤੀ, ਉੱਥੇ ਜਾ ਕੇ ਇਸ਼ਨਾਨ ਕੀਤਾ, ਵੀ ਇੱਕ ਹੁਮਾ ਆ ਗਈ ਨਾ, ਵੀ ਮਨੁੱਖ ਗਿਆ ਕਿਹਦੇ ਕਰਕੇ ਵੀ ਮਨ ਦੀ ਮੈਲ ਉਤਰ ਜਾਵੇ, ਪਰ ਉਹਦੇ ਨਾਲ ਨਾਲ ਮਨ ਦੇ ਅੰਦਰ ਹੰਕਾਰ ਹੋਰ ਲੈ ਕੇ ਆ ਗਿਆ। ਪਾਤਸ਼ਾਹ ਦੀ ਬਾਣੀ ਇੱਥੋਂ ਤੱਕ ਇਹ ਗੱਲ ਆਖਦੀ ਹੈ ਵੀ ਨਹਾਵਣ ਚੱਲੇ ਤੀਰਥੀ ਮਨ ਫੁੱਟੇ ਤਨ ਚੋਰ, ਇੱਕ ਭਾ ਲਾਥੀ ਨਹਾਤਿਆਂ ਦੋਏ ਭਾ ਚੜੀਏ ਸਹੋਰ। ਵੀ ਜਿਵੇਂ ਇਹ ਜਿਹੜਾ ਹਾਥੀ ਹੈ ਵੀ ਇਹ ਨਹਾਉਣ ਤੋਂ ਬਾਅਦ ਜਿਵੇਂ ਬਾਹਰ ਹੀ ਹੁੰਦਾ ਵੀ ਆਪਣੇ ਸਿਰ ਦੇ ਉੱਤੇ ਆਪਣੇ ਸਰੀਰ ਦੇ ਉੱਤੇ ਸਵਾਹ ਸੁੱਟ ਲੈਂਦਾ ਹੈ, ਤੇ ਐਵੇਂ ਮਨੁੱਖ ਹੈ ਵੀ ਇਸ਼ਨਾਨ ਕਰਕੇ ਬਾਹਰ ਆਇਆ ਤੇ ਬਾਹਰ ਆ ਕੇ ਮਨ ਦੇ ਅੰਦਰ ਹੰਕਾਰ ਆ ਗਿਆ, ਮਨ ਦੇ ਅੰਦਰ ਹੰਕਾਰ ਲੈ ਕੇ ਬੈਠ ਗਿਆ। ਛੱਡਣ ਦੇ ਲਈ ਗਿਆ ਸੀ, ਮਤ ਭੈੜੀ ਮਤ ਨੂੰ ਛੱਡਣ ਲਈ ਗਿਆ, ਪਰ ਛੱਡਣ ਦੀ ਬਜਾਏ ਇੱਕ ਹੋਰ ਹੰਕਾਰ ਹੈ ਜਿਹੜੇ ਭੈੜੀ ਮਤ ਹੈ ਉਹ ਲੈ ਕੇ ਆ ਗਿਆ। ਵੀ ਬਸ ਕਹਿੰਦੇ ਉਸ ਮਨੁੱਖ ਦੇ ਜਿਹੜੇ ਹਾਲਾਤ ਨੇ ਨਾ ਵੀ ਉਸ ਹਾਥੀ ਦੀ ਤਰ੍ਹਾਂ ਨੇ। ਤੇ ਨਦੀ ਨਾ ਡੁੱਬੈ ਤੁੰਬੜੇ ਤੀਰਥ ਵਿਸ ਨਿਵਾਰੈ ਨਹੀਂ। ਹੁਣ ਜਿਹੜੇ ਤੁੰਬੇ ਹੈ ਨਾ ਉਹਨੂੰ ਨਦੀ ਦੇ ਵਿੱਚ ਵਗਾ ਦਿਓ, ਪਾਣੀ ਦੇ ਵਿੱਚ ਵਗਾ ਦਿਓ, ਉਹ ਕਦੇ ਡੁੱਬਦੀ ਨਹੀਂ ਹੈ। ਤੇ ਬਸ ਇਸੇ ਪ੍ਰਕਾਰ ਜਿਹੜਾ ਮਨੁੱਖ ਹੈ, ਮਨੁੱਖ ਯਾਤਰਾ ਤੇ ਜ਼ਰੂਰ ਕਰਦਾ, ਧਾਰਮਿਕ ਸਥਾਨ ਦਾ ਭ੍ਰਮਣ ਤੇ ਜ਼ਰੂਰ ਕਰਦਾ, ਰਟਨ ਜ਼ਰੂਰ ਕਰਦਾ ਹੈ, ਪਰ ਮਨੁੱਖ ਦੇ ਅੰਦਰ ਜਿਹੜਾ ਕੌਰਾਪਨ ਹੈ, ਜਿਹੜੀ ਕੁੜੱਤਨ ਹੈ, ਜਿਹੜੀ ਖੋਟ ਹੈ ਵੀ ਇਹ ਖੋਟ ਖਤਮ ਨਹੀਂ ਹੁੰਦੀ। ਵੀ ਮਨੁੱਖ ਆਪਣੇ ਅੰਦਰੋਂ ਖੋਟ ਖਤਮ ਨਹੀਂ ਕਰਦਾ। ਮੰਨ ਲਓ ਵੀ ਕੋਈ ਤੀਰਥ ਯਾਤਰਾ ਤੇ ਗਿਆ ਮਨੁੱਖ, ਵੀ ਕਦੇ ਇਹ ਸੁਣਿਆ ਵੀ ਉਹ ਤੀਰਥ ਯਾਤਰਾ ਤੇ ਗਿਆ ਹੋਵੇ ਤੇ ਯਾਤਰਾ ਤੋਂ ਜਿਵੇਂ ਵਾਪਸੀ ਆਇਆ ਹੋਵੇ ਵੀ ਆ ਕੇ ਮਨ ਦੀ ਖੋਟ ਛੱਡ ਦਿੱਤੀ ਹੋਵੇ, ਵੀ ਕਿਸੇ ਦੇ ਨਾਲ ਵੈਰ ਹੋਵੇ, ਵੀ ਕਿਸੇ ਦੇ ਪਰਥਾਏ ਉਹ ਖੋਟ ਮਨ ਦੇ ਅੰਦਰ ਰੱਖਦਾ ਹੋਵੇ, ਕਿਸੇ ਤੋਂ ਲੱਗਦਾ ਹੋਵੇ, ਕਿਸੇ ਤੋਂ ਸੜਦਾ ਹੋਵੇ, ਵੀ ਉਹਨੇ ਆ ਕੇ ਸੜਨਾ ਬੰਦ ਕਰਤਾ ਹੋਵੇ, ਉਹ ਸਗੋਂ ਹੋਰ ਛਾਤੀ ਚੌੜੀ ਚ ਕਰਕੇ ਤੁਰਦਾ ਹੈ ਵੀ ਹਾਂ ਭਈ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਜਾਵੇ ਵੀ ਹਾਂ ਭਈ ਇਹ ਬੰਦਾ ਕਿਤੇ ਗਿਆ ਸੀ। ਉਹ ਫਿਰ ਲੋਕਾਂ ਦੇ ਅੰਦਰ ਰੌਲਾ ਪਾਉਂਦਾ ਫਿਰਦਾ ਹੈ। ਤੇ ਕਹਿੰਦੇ ਬਸ ਉਸ ਬੰਦੇ ਦੇ ਜਿਹੜੇ ਹਾਲਾਤ ਨੇ ਨਾ ਵੀ ਉਸ ਤੁੰਬੀ ਦੀ ਤਰ੍ਹਾਂ ਨੇ, ਵੀ ਜਿਵੇਂ ਤੁੰਬੀ ਨਦੀ ਦੇ ਵਿੱਚ ਪਾਣੀ ਦੇ ਵਿੱਚ ਨਹੀਂ ਡੁੱਬਦੀ, ਵੀ ਐਵੇਂ ਲੋਕੀ ਅਰਸੜ ਤੀਰਥ ਨਹਾਈ ਕੋਰਾਪਨ ਤਉ ਨਾ ਜਾਈ। ਵੀ ਭਾਵੇਂ ਉਹ ਬੰਦਾ 8 ਤੀਰਥਾਂ ਦੇ ਇਸ਼ਨਾਨ ਵੀ ਕਰ ਆਵੇ, ਪਰ ਫਿਰ ਵੀ ਉਹਦੇ ਅੰਦਰੋਂ ਜਿਹੜੀ ਇਹ ਕੁੜੱਤਨ ਹੈ ਨਾ ਵੀ ਕੋਰਾਪਨ ਹੈ ਵੀ ਇਹ ਖਤਮ ਨਹੀਂ ਹੁੰਦਾ। ਉਸ ਬੰਦੇ ਦੇ ਜਿਹੜੇ ਹਾਲਾਤ ਉਸ ਤੁੰਬੀ ਵਰਗੇ ਨੇ। ਤੇ ਅੱਗੇ ਪੱਥਰ ਨੀਰ ਪਖਾਲੀਆ ਚਿੱਤ ਕਠੋਰ ਨਾ ਭੀਜਿਆ ਕਾਹੀ। ਜਿਹੜਾ ਪੱਥਰ ਹੈ ਨਾ, ਪੱਥਰ ਨੂੰ ਕਹਿੰਦੇ ਪਾਣੀ ਦੇ ਵਿੱਚ ਰੱਖ ਦੇਵੋ, ਸਾਲਾਂ ਬੱਧੀ ਉਹਨੂੰ ਪਾਣੀ ਦੇ ਵਿੱਚ ਪਈ ਰਹਿਣ ਤੋਂ ਸਾਲਾਂ ਬੱਧੀ, ਤੇ ਸਾਲਾਂ ਬੱਧਣ ਤੋਂ ਬਾਅਦ ਉਸ ਨੂੰ ਜਦੋਂ ਬਾਹਰ ਕੱਢੋਗੇ ਨਾ, ਭਾਈ ਗੁਰਦਾਸ ਜੀ ਇਹ ਗੱਲ ਆਖਦੇ ਨੇ ਕਿ ਪੱਥਰ ਦੇ ਅੰਦਰ ਪਾਣੀ ਨਹੀਂ ਗਿਆ ਹੋਣਾ, ਪੱਥਰ ਉਵੇਂ ਅੰਦਰੋਂ ਸੁੱਕਾ ਹੈ, ਭਾਵੇਂ ਸਾਲਾਂ ਬੱਧੀ ਪਾਣੀ ਦੇ ਵਿੱਚ ਪਿਆ ਰਿਹਾ। ਤੇ ਇਸੇ ਪ੍ਰਕਾਰ ਚਿੱਤ ਕਠੋਰ ਨਾ ਭੀਜਿਆ ਕਾਹੀ। ਹੁਣ ਜਿਸ ਬੰਦੇ ਦਾ ਚਿੱਤ ਹੀ ਕਠੋਰ ਹੋ ਗਿਆ, ਮਨ ਹੀ ਕਠੋਰ ਹੋ ਗਿਆ, ਤੇ ਉਹ ਜਿਹੜਾ ਕਠੋਰ ਹੋਇਆ ਹੋਇਆ ਮਨ, ਪੱਥਰ ਦਿਲ ਹੋਇਆ ਹੋਇਆ ਮਨ ਕਿਵੇਂ ਭਿੱਜ ਸਕਦਾ ਹੈ? ਜਿਵੇਂ ਕਿਵੇਂ ਕੋਮਲ ਹੋ ਸਕਦਾ ਹੈ? ਵੀ ਉਹ ਰਹਿਮ ਕਿਵੇਂ ਕਰ ਸਕਦਾ ਹੈ? ਵੀ ਜਿਹੜਾ ਲੋਕਾਂ ਨੂੰ ਲੁੱਟ ਲੁੱਟ ਕੇ ਬੇਦਰਦ ਹੋਇਆ ਪਿਆ, ਵੀ ਉਹ ਲੋਕਾਂ ਦੇ ਦਰਦ ਕਿੱਥੋਂ ਸੁਣੇਗਾ? ਕਹਿੰਦੇ ਉਸ ਮਨੁੱਖ ਦੇ ਜਿਹੜੇ ਹਾਲਾਤ ਨੇ ਪੱਥਰ ਦੀ ਤਰ੍ਹਾਂ ਨੇ। ਭਾਈ ਗੁਰਦਾਸ ਜੀ ਆਖਦੇ ਨੇ, ਕਹਿੰਦੇ ਮਨਮੁਖ ਭਰਮ ਨਾ ਉਤਰੈ ਭੰਬਲ ਪੋਸੇ ਖਾਏ ਪਵਾਏ। ਤੇ ਜਿਹੜੇ ਮਨਮੁਖ ਬੰਦੇ ਨੇ ਬਸ ਇਹਨਾਂ ਵਹਿਮਾਂ ਭਰਮਾਂ ਦੇ ਵਿੱਚ ਹੀ ਭੜਕਦੇ ਰਹਿੰਦੇ ਨੇ ਤੇ ਸਾਰੀ ਉਮਰ ਹੀ ਇਸ ਭੰਬਲ ਪੂਸੇ ਦੇ ਵਿੱਚ ਪਏ ਰਹਿੰਦੇ ਨੇ, ਤੇ ਗੁਰ ਪੂਰੇ ਬਿਨ ਪਾਰ ਨਾ ਪਾਈ। ਅਸਲ ਦੇ ਵਿੱਚ ਕਹਿੰਦੇ ਇਹਦਾ ਤੱਤ ਇਹ ਹੈ ਵੀ ਲੋਕੀ ਜਾਂਦੇ ਤੇ ਜ਼ਰੂਰ ਨੇ, ਪਰ ਆਪਣੇ ਮਨ ਦੀ ਮੈਲ ਨਹੀਂ ਲਾ ਕੇ ਆਉਂਦੇ।
ਸਗੋਂ ਮਨ ਦੇ ਉੱਤੇ ਹੋਰ ਮੈਲ ਚੜ ਕੇ ਆਉਂਦੇ ਨੇ। ਪਰ ਕਹਿੰਦੇ ਜੇਕਰ ਭਾਈ ਤੁਸੀਂ ਇਹਨਾਂ ਸੰਸਾਰਿਕ ਤੀਰਥਾਂ ਨੂੰ ਛੱਡ ਕੇ ਜੇਕਰ ਕਿਤੇ ਤੁਸੀਂ ਗੁਰੂ ਰੂਪੀ ਤੀਰਥ ਦੇ ਲੜ ਲੱਗ ਜਾਵੋ ਨਾ, ਤੇ ਫਿਰ ਤੁਹਾਡਾ ਇਸ ਸੰਸਾਰ ਤੋਂ ਪਾਰ ਉਤਾਰਾ ਹੋ ਸਕਦਾ ਹੈ, ਵੀ ਫਿਰ ਤੁਹਾਨੂੰ ਮੁਕਤੀ ਜ਼ਰੂਰ ਮਿਲ ਸਕਦੀ ਹੈ, ਫਿਰ ਤੁਸੀਂ ਆਪਣਾ ਪਾਰ ਉਤਾਰਾ ਕਰ ਸਕਦੇ ਹੋ। ਤੇ ਅੱਜ ਸਤਿਗੁਰੂ ਪਾਤਸ਼ਾਹ ਜੀ ਇਹ ਗੱਲ ਆਖਦੇ ਪਏ ਨੇ, ਤੀਰਥ ਨਾਵਣ ਜਾਓ ਤੀਰਥ ਨਾਮ ਹੈ। ਵੀ ਅਸਲ ਦੇ ਵਿੱਚ ਜਿਹੜਾ ਗੁਰੂ ਰੂਪੀ ਤੀਰਥ ਹੈ ਨਾ, ਵੀ ਕਹਿੰਦੇ ਭਾਈ ਜੇਕਰ ਇਸ਼ਨਾਨ ਕਰਨਾ ਹੀ ਹੈ ਨਾ, ਵੀ ਨਹਾਉਣਾ ਹੀ ਹੈ, ਤੇ ਕਹਿੰਦੇ ਇਸ ਤੀਰਥ ਦੇ ਵਿੱਚ ਆ ਕੇ ਇਸ਼ਨਾਨ ਕਰ, ਇੱਥੇ ਆ ਕੇ ਨਾ ਗੁਰੂ ਦੇ ਗਿਆਨ ਨੂੰ, ਗੁਰੂ ਦੀ ਮੱਤ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਧਾਰਨ ਕਰ। ਤੀਰਥ ਸ਼ਬਦ ਵਿਚਾਰ ਹੀ ਅੰਤਰ ਗਿਆਨ ਹੈ। ਗੁਰੂ ਦਾ ਗਿਆਨ ਹੀ, ਗੁਰੂ ਦਾ ਸ਼ਬਦ ਹੀ ਅਸਲ ਦੇ ਵਿੱਚ ਤੀਰਥ ਹੈ। ਵੀ ਜੇਕਰ ਕੋਈ ਮਨੁੱਖ ਇਸ ਨੂੰ ਆਪਣੇ ਸੁਰਤ ਮੰਡਲ ਦੇ ਵਿੱਚ ਟਿਕਾ ਲਵੇ, ਮੰਨ ਲਓ ਉਸਨੇ ਤੀਰਥ ਇਸ਼ਨਾਨ ਕਰ ਲਿਆ। ਗੁਰਬਿਨ ਸਾਚਾ ਥਾਨ ਤੀਰਥ, 10 ਪੁਰਬ ਸਦਾ ਦਸਹਰਾ। ਵੀ ਗੁਰੂ ਦਾ ਗਿਆਨ ਹੀ ਅਸਲ ਦੇ ਵਿੱਚ ਸਾਚਾ ਤੀਰਥ ਹੈ। ਵੀ ਸੱਚਾ ਸਥਿਰ ਰਹਿਣ ਵਾਲਾ, ਵੀ ਹਰ ਪਲ ਰਹਿਣ ਵਾਲਾ, ਸਦਾ ਰਹਿਣ ਵਾਲਾ, ਅਟਾਲਿਆ ਜਿਹੜਾ। ਤੇ ਤੀਰਥ 10 ਪੁਰਬ ਸਦਾ ਦਸਹਰਾ। ਹੁਣ ਜਿਹੜੇ 10 ਪੁਰਬ ਮੰਨੇ ਜਾਂਦੇ ਨੇ, ਵੀ ਇਹ 10 ਦਿਨ ਪਵਿੱਤਰ ਹੁੰਦੇ ਨੇ। ਪਰ ਕਹਿੰਦੇ ਜਿਸ ਮਨੁੱਖ ਦੇ ਅੰਦਰ ਗੁਰੂ ਦਾ ਗਿਆਨ ਟਿਕ ਜਾਵੇ, ਉਹਦੇ ਲਈ ਫਿਰ ਹਰ ਜਿਹੜਾ ਪਲ ਹੈ ਉਹ ਪਵਿੱਤਰ ਹੋ ਜਾਂਦਾ ਹੈ। ਹਰ ਸਮਾਂ, ਹਰ ਘੜੀ, ਹਰ ਪਲ, ਹਰ ਸਵਾਸ ਉਹਦੇ ਲਈ ਪਵਿੱਤਰ ਹੀ ਹੁੰਦਾ ਹੈ। ਤੇ ਹੁਣ ਨਾਮ ਹਰ ਕਾ ਸਦਾ ਜਾਂਚੋ, ਦੇਹੋ ਪ੍ਰਭ ਧਰਨੀ ਤਰਾ। ਕਹਿੰਦੇ ਪਾਤਸ਼ਾਹ ਜੀ ਆਖਦੇ ਨੇ ਵੀ ਮੈਂ ਉਸ ਪਰਮਾਤਮਾ ਤੋਂ ਕੇਵਲ ਹਰੀ ਦਾ ਨਾਮ ਹੀ ਦੀ ਜਾਚਨਾ ਕਰਦਾ, ਹਰੀ ਦਾ ਨਾਮ ਹੀ ਮੰਗਦਾ ਵਾਂ। ਦੇਹੋ ਪ੍ਰਭ ਧਰਨੀ ਤਰਾ, ਵੀ ਇਹ ਪਰਮਾਤਮਾ ਜੀ ਮੈਨੂੰ ਤੁਸੀਂ ਆਪਣਾ ਨਾਮ ਹੀ ਦੇ ਦੇਵੋ। ਤੁਹਾਡੇ ਤੋਂ ਹੁਣ ਕੁਝ ਵੀ ਮੰਗ ਨਹੀਂ ਕਰਦਾ। ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੈ ਸੱਚ ਬਿਨਾ। ਇਹ ਸੰਸਾਰ ਹੈ, ਵੀ ਇਸ ਸੰਸਾਰ ਦੇ ਅੰਦਰ ਭੜਕਿਆ ਹੋਇਆ ਜਿਹੜਾ ਮਨੁੱਖ ਹੈ, ਵਿਕਾਰਾਂ ਦੇ ਵਿੱਚ ਗਲਤਾਨ ਰਹਿੰਦਾ ਹੈ, ਵਿਕਾਰਾਂ ਦੇ ਨਾਲ ਰੋਗੀ ਹੋਇਆ ਪਿਆ। ਤੇ ਇਹਦਾ ਇਲਾਜ ਹੈ ਨਾਮ ਦਾਰੂ। ਪਰਮਾਤਮਾ ਦਾ ਨਾਮ ਹੀ ਇਸ ਦਾ ਦਾਰੂ ਹੈ, ਇਲਾਜ ਹੈ। ਤੇ ਮੈਲ ਲਾਗੈ ਸੱਚ ਬਿਨਾ। ਸਤਿਗੁਰੂ ਪਾਤਸ਼ਾਹ ਜੀ ਤੁਹਾਡੇ ਗਿਆਨ ਤੋਂ ਬਿਨਾ ਜਿਹੜਾ ਇਹ ਮਨ ਹੈ, ਵੀ ਇਹ ਦਿਨੋਂ ਦਿਨ ਮੈਲਾ ਹੁੰਦਾ ਜਾ ਰਿਹਾ ਹੈ। ਇਸ ਮਨ ਨੂੰ ਮੈਲ ਲੱਗਦੀ ਜਾ ਰਹੀ ਹੈ, ਰੋਗਾਂ ਦੀ ਮੈਲ। ਵੀ ਉਹ ਮੈਲ ਵੀ ਜਿਹੜੀ ਕਦੇ ਵੀ ਉਤਰਨ ਵਾਲੀ ਨਹੀਂ, ਸਗੋਂ ਦਿਨੋਂ ਦਿਨ ਇਹ ਜਿਹੜੇ ਵਿਕਾਰ ਨੇ ਇਹ ਵੱਧਦੇ ਜਾ ਰਹੇ ਨੇ, ਦਿਨੋਂ ਦਿਨ। ਬਸ ਹਾਲਾਤ ਉੱਦਾਂ ਹੀ ਸਮਝ ਲਓ ਵੀ ਜਿਵੇਂ ਮਨੁੱਖ ਘਰ ਦੇ ਬਾਹਰ ਕੂੜਾ ਸੁੱਟੇ, ਵੀ ਇੱਕ ਦਿਨ ਉੱਥੇ ਕੂੜਾ ਸੁੱਟਿਆ, ਦੂਜੇ ਦਿਨ ਫਿਰ ਸੁੱਟ ਦਿੱਤਾ, ਤੀਜੇ ਦਿਨ ਫਿਰ ਸੁੱਟ ਦਿੱਤਾ, ਚੌਥੇ ਦਿਨ ਫਿਰ ਸੁੱਟ ਦਿੱਤਾ, ਵੀ ਡੇਲੀ ਸੁੱਟਦਾ ਗਿਆ, ਵੀ ਇੱਕ ਦਿਨ ਉਹ ਢੇਰ ਬਣ ਜਾਂਦਾ ਹੈ। ਤੇ ਐਵੇਂ ਹੀ ਮਨੁੱਖ ਹੈ, ਮਨੁੱਖ ਦਾ ਮਨ ਹੈ। ਵੀ ਇੱਕ ਦਿਨ ਇੱਕ ਚੀਜ਼ ਪਾਈ, ਇੱਕ ਔਗਣ ਪਾਇਆ, ਦੂਜੇ ਦਿਨ ਇੱਕ ਹੋਰ ਪਾ ਲਿਆ, ਤੀਜੇ ਦਿਨ ਹੋਰ ਪਾ ਲਿਆ। ਬਸ ਉਹਦਾ ਮਨ ਹੈ ਵੀ ਉਹ ਵਿਕਾਰੀ ਬਣਿਆ ਰਹਿੰਦਾ ਹੈ। ਵੀ ਉਹਦਾ ਕੇਵਲ ਇਲਾਜ ਹੈ ਪਰਮਾਤਮਾ ਦਾ ਨਾਮ। ਤੇ ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਜਿਹੜੇ ਵਿਕਾਰ ਨੇ ਵੀ ਇਹ ਦੂਰ ਨਹੀਂ ਹੋ ਸਕਦੇ। ਗੁਰਵਾਕ ਨਿਰਮਲ ਸਦਾ ਚਾਨਣ, ਨਿਤ ਸਾਜ ਤੀਰਥ ਮਜਨਾ। ਕਹਿੰਦੇ ਗੁਰੂ ਦਾ ਵਾਕ ਹੈ ਨਾ, ਗੁਰੂ ਦਾ ਜਿਹੜਾ ਸ਼ਬਦ ਹੈ, ਵੀ ਇਹ ਸਦਾ ਨਿਰਮਲ ਕਰ ਦਿੰਦਾ ਹੈ, ਪਵਿੱਤਰ ਕਰ ਦਿੰਦਾ ਹੈ। ਤੇ ਸਦਾ ਚਾਨਣ ਦੇਣ ਵਾਲਾ, ਸਦਾ ਗਿਆਨ ਦੇਣ ਵਾਲਾ। ਨਿਤ ਸਾਜ ਤੀਰਥ ਮਜਨਾ, ਵੀ ਅਸਲ ਦੇ ਵਿੱਚ ਇਹ ਤੀਰਥ ਦਾ ਇਸ਼ਨਾਨ ਹੈ। ਵੀ ਅਸਲ ਦੇ ਵਿੱਚ ਤੀਰਥ ਦਾ ਇਸ਼ਨਾਨ ਕਰਨਾ ਇਹੀ ਹੈ। ਸੋ ਸਤਿਗੁਰੂ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਕਰਨ, ਵੀ ਅਸੀਂ ਵੀ ਗੁਰੂ ਰੂਪੀ ਜੋ ਤੀਰਥ ਹੈ ਉਹਦੇ ਨਾਲ ਜੁੜ ਜਾਈਏ, ਆਪਣੇ ਮਨ ਨੂੰ ਪਵਿੱਤਰ ਕਰ ਲਈਏ, ਗੁਰਬਾਣੀ ਨੂੰ ਖੁਦ ਪੜ੍ਹੀਏ, ਗੁਰਬਾਣੀ ਨੂੰ ਖੁਦ ਵਿਚਾਰੀਏ, ਤਾਂ ਜੋ ਸਾਡਾ ਵੀ ਸੰਸਾਰ ਦੇ ਉੱਪਰ ਆਇਆ ਹੋਇਆ ਜਿਹੜਾ ਜੀਵਨ ਹੈ ਉਹ ਸਫਲਾ ਹੋ ਸਕੇ। ਸੋ ਵਿਚਾਰਾਂ ਦੀ ਸਮਾਪਤੀ, ਸਮਾਂ ਸਮਾਪਤ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।